ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਆਮ ਤੌਰ ਦੇ ਉੱਤੇ ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਜਾਂ ਉੱਥੇ ਕਥਾ ਵਿਚਾਰ ਸੁਣਦੇ ਹਾਂ ਜਾਂ ਕੀਰਤਨ ਸੁਣਦੇ ਹਾਂ, ਪਰ ਸਭ ਤੋਂ ਪਹਿਲਾਂ ਸਾਡੇ ਮਨ ਦੇ ਵਿੱਚ ਜਾਂ ਸਟੇਜ ਦੇ ਉੱਤੇ ਇਹ ਬੋਲਿਆ ਜਾਂਦਾ ਹੈ ਕਿ ਭਾਈ ਆਪਣੇ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਆਪਣੀ ਗੁਰਬਾਣੀ ਨੂੰ ਸਰਵਣ ਕਰੋ। ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਕਿਉਂਕਿ ਜਿਹੜੀ ਉਸਤਤ ਦੀ ਆ, ਪਰਮੇਸ਼ਰ ਦੀ ਵਡਿਆਈ ਆ, ਇਹਦੇ ਸੁਣਨ ਦਾ ਲਾਭ ਕੀ ਆ ਕਿ ਮਨ ਦੇ ਵਿੱਚ ਸਾਵਧਾਨਤਾ ਆ ਜਾਂਦੀ ਆ, ਮਨ ਇਕਾਗਰ ਹੋ ਜਾਂਦਾ ਹੈਗਾ। ਮਨ ਦੇ ਵਿੱਚ ਜੋ ਜਾਗਰਤੀ ਆ ਨਾ, ਉਹ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਆ। ਲੇਕਿਨ ਆਮ ਕਰਕੇ ਅਸੀਂ ਦੇਖਦੇ ਹਾਂ ਕਿ ਖਾਸ ਕਰਕੇ ਜਿਹੜਾ ਮਨ ਹੈਗਾ ਉਹ ਜਨਮਾਂ ਜਮੰਤਰਾਂ ਤੋਂ ਸੁੱਤਾ ਪਿਆ ਹੈਗਾ। ਕੇਵਲ ਤੇ ਕੇਵਲ ਸ਼ਬਦ ਦਾ ਹਲੂਣਾ, ਕਥਾ ਭਜਨ ਸਿਮਰਨ, ਇਹ ਮਨ ਨੂੰ ਜਾਗਰਤ ਕਰਨ ਦੇ ਇੱਕ ਹਲੂਣੇ ਆ ਜਿਹਦੇ ਨਾਲ ਮਨ ਦੇ ਵਿੱਚ ਜਾਗਰਤ ਆਉਂਦੀ ਹੈ। ਸੋ ਦਾਸ ਅੱਜ ਇਸੇ ਹੀ ਸੰਦਰਭ ਦੇ ਵਿੱਚ ਇੱਕ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਨਾ ਚਾਹੁੰਦਾ ਹੈਗਾ ਕਿ ਜਿਹੜੇ ਮਨ ਦੇ ਸੰਕਲਪ ਤੇ ਵਿਕਲਪ ਆ ਨਾ, ਅਸਲ ਦੇ ਵਿੱਚ ਉਹ ਹੁੰਦੇ ਕੀ ਆ। ਇਸ ਗੱਲ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਨਾ ਥੋੜ੍ਹਾ ਜਿਹਾ ਮਨ ਦੇ ਬਾਬਤ ਸਮਝਣਾ ਪੈਣਾ ਹੈਗਾ। ਅਸਲ ਦੇ ਵਿੱਚ ਮਨ ਕੀ ਹੈਗਾ। ਜਿਵੇਂ ਕਿ ਮਹਾਂਪੁਰਖ, ਖਾਸ ਕਰਕੇ ਜਿਹੜੇ ਵਿਦਿਆਂਤੀ ਸਾਧੂ ਮਹਾਤਮਾ ਹੁੰਦੇ ਆ, ਜਿਨ੍ਹਾਂ ਦੀ ਖੋਜ ਬੜੀ ਗਹਿਰੀ ਆ ਨਾ, ਉਹ ਦੱਸਦੇ ਆ ਕਿ ਜਿਹੜਾ ਮਨ ਆ ਨਾ, ਇਹ ਮਨ ਜਿਹੜੇ ਪੰਜ ਤੱਤਵ ਆ, ਪੰਜਾਂ ਤੱਤਾਂ ਦਾ ਸਤੋਗੁਣੀ ਜਿਹੜੀ ਪ੍ਰਕਿਰਤੀ ਆ ਨਾ, ਉਹਦਾ ਬਣਿਆ ਹੋਇਆ ਹੈਗਾ। ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਇਹ ਮਨ ਪੰਜ ਤੱਤ ਕੋ ਜੀਓ। ਇੱਕ ਛੋਟਾ ਸਾ ਦਿੱਤਾ ਹੈ ਕਿ ਇਹ ਮਨ ਸ਼ਕਤੀ, ਇਹ ਮਨ ਸੀਓ। ਕੀ ਇਹ ਮਨ ਮਾਇਆ ਹੈ ਜਾਂ ਕੀ ਇਹ ਮਨ ਪਰਮੇਸ਼ਰ ਦਾ ਸਤਚਿੱਤ ਰੂਪ ਆਨੰਦ ਹੈ। ਭਾਵ ਕੀ ਆ ਕਿ ਮਨ ਜਿਸ ਦੇ ਨਾਲ ਵੀ ਜੁੜਦਾ ਹੈਗਾ, ਇੱਕ ਰੰਗ ਦੀ ਤਰ੍ਹਾਂ ਕਿ ਜਿਸ ਪਾਣੀ ਵਿੱਚ ਪਾਓ ਉਹਦਾ ਹੀ ਰੂਪ ਧਾਰਨ ਕਰ ਜਾਂਦਾ ਹੈਗਾ। ਸੋ ਕਹਿਣ ਤੋਂ ਭਾਵ ਇਹ ਆ ਕਿ ਮਨ ਚਾਹੇ ਨਿਰਮਲ ਹੈਗਾ, ਪਰ ਜਿਸ ਚੀਜ਼ ਦਾ ਸੰਗ ਕਰਦਾ ਉਸੇ ਦਾ ਹੀ ਰੂਪ ਹੋ ਜਾਂਦਾ ਹੈ। ਪਰ ਅਸਲ ਦੇ ਵਿੱਚ ਜਿਹੜਾ ਮਨ ਪਰਮੇਸ਼ਰ ਨੇ ਇੰਨਾ ਸੂਖਮ ਬਣਾਇਆ ਕਿ ਪੰਜ ਤੱਤਾਂ ਦਾ ਜਿਹੜਾ ਸਤੋਗੁਣੀ ਪ੍ਰਭਾਵ ਪ੍ਰਕਿਰਿਆ ਹੁੰਦੀ ਆ, ਉਸ ਦਾ ਬਣਿਆ ਹੋਇਆ ਹੁੰਦਾ ਹੈਗਾ। ਸੋ ਇਹ ਜਿਹੜੇ ਪੰਜ ਤੱਤਵ ਅਸਲ ਦੇ ਵਿੱਚ ਹੈ ਕੀ ਆ, ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਜਿਵੇਂ ਜਿਹੜੀ ਮਾਇਆ ਹੈਗੀ ਆ, ਇਹ ਤਿੰਨਾਂ ਗੁਣਾਂ ਦਾ ਸੁਮੇਲ ਹੈ। ਇਸ ਨੂੰ ਪ੍ਰਕਿਰਤੀ ਆਖਦੇ ਆ। ਤਿੰਨ ਗੁਣ ਰਜੋ ਤਮੋ ਸਤੋ, ਇਸ ਦੇ ਸੁਮੇਲ ਨੂੰ ਪ੍ਰਕਿਰਤੀ ਆਖਦੇ ਆ। ਅਤੇ ਇਹ ਜਿਹੜੀ ਪ੍ਰਕਿਰਤੀ ਆ, ਇਹਦੇ ਵਿੱਚ ਪੰਜ ਤੱਤਵ ਆ। ਅਤੇ ਪੰਜ ਤੱਤ ਜਿਵੇਂ ਅਗਨੀ ਹੈ, ਜਲ, ਪ੍ਰਿਥਵੀ, ਹਵਾ ਅਤੇ ਆਕਾਸ਼। ਇੱਕ ਇੱਕ ਤੱਤ ਦੇ ਵਿੱਚੋਂ ਪੰਜ ਪੰਜ ਪ੍ਰਕਿਰਤੀਆਂ ਜਿਹੜੀਆਂ ਉਹ ਪੈਦਾ ਹੋ ਜਾਂਦੀਆਂ। ਇਸ ਕਰਕੇ ਪੰਜਾਂ ਤੱਤਾਂ ਦੇ ਵਿੱਚੋਂ ਕੁੱਲ 25 ਪ੍ਰਕਿਰਤੀਆਂ ਜਿਹੜੀਆਂ ਹੈ ਉਹ ਪੈਦਾ ਹੋਈਆਂ ਹੈਗੀਆਂ। ਪਰ ਇਹ ਜਿਹੜਾ ਮਨ ਹੈਗਾ, ਮਨ ਦੇ ਅੰਦਰ ਜਿਹੜੇ ਸੰਕਲਪ ਅਤੇ ਵਿਕਲਪ ਆ, ਅਸਲ ਦੇ ਵਿੱਚ ਇਹ ਜਿਹੜੀ ਖੋਜ ਹੈਗੀ ਆ ਮਹਾਤਮਾ ਦੀ, ਇਹ ਦੱਸਦੀ ਆ ਕਿ ਇਹ ਜਿਹੜੇ ਹਨ ਇਹ ਪੰਜ ਪ੍ਰਕਾਰ ਦੇ ਆ। ਹੁਣ ਦੇਖੋ, ਮਨ ਦੇ ਅੰਦਰ ਜਿਹੜੇ ਸੰਕਲਪ ਅਤੇ ਵਿਕਲਪ ਆ ਉਹ ਪੰਜ ਪ੍ਰਕਾਰ ਦੇ ਆ। ਹੁਣ ਪਹਿਲਾ ਜਿਹੜਾ ਸੰਕਲਪ ਅਤੇ ਵਿਕਲਪ ਹੈ ਉਹ ਕੀ ਆ, ਉਹ ਹੈ ਪ੍ਰਮਾਣ। ਇਹ ਜਿਹੜਾ ਪ੍ਰਮਾਣ ਆ, ਅਗਰ ਆਪਾਂ ਥੋੜ੍ਹਾ ਜਿਹਾ ਇਹਨੂੰ ਖੋਲ੍ਹੀਏ ਤਾਂ ਸਾਨੂੰ ਪਤਾ ਲੱਗਦਾ ਹੈਗਾ ਕਿ ਜਿਹੜੀ ਹੈ ਨਾ ਬਾਹਰਮੁਖੀ ਦ੍ਰਿਸ਼ਟੀ ਹੈਗੀ ਆ ਸਾਡੀ, ਜੋ ਬਾਹਰਮੁਖੀ ਦ੍ਰਿਸ਼ਟੀ ਖਾਸ ਕਰਕੇ ਮਾਇਆ ਦੀ ਤਰਫ, ਉਸ ਨੂੰ ਹੈ ਨਾ ਪ੍ਰਮਾਣ ਆਖ ਦਿੰਦੇ ਆ। ਜਿਵੇਂ ਫਰਜ਼ ਕਰੋ ਕਿਸੇ ਦੇ ਬੱਚਾ ਹੋਇਆ ਹੈਗਾ, ਬੱਚਾ ਖੂਬਸੂਰਤ ਆ, ਅਸੀਂ ਉਹਦੀ ਤੁਲਨਾ ਜਿਹੜੀ ਹੈ ਨਾ ਉਹ ਚੰਦਰਮਾ ਨਾਲ ਕਰਦੇ ਹਾਂ। ਦੇਖੋ, ਇਸ ਦਾ ਮੁਖੜਾ ਚੰਦਰਮਾ ਵਰਗਾ ਹੈਗਾ। ਜਾਂ ਬਹੁਤ ਅਗਰ ਕੋਈ ਜਿਹੜਾ ਹੈਗਾ ਇਨਸਾਨ ਉਹ ਸੂਰਮ ਗਤੀ ਦੇ ਵਿੱਚ ਹੋਵੇ, ਤੇਜਸਵੀ ਹੋਵੇ, ਤਾਂ ਉਹਦੀ ਜਿਹੜੀ ਤੁਲਨਾ ਹੈਗੀ ਅਸੀਂ ਸੂਰਜ ਨਾਲ ਕਰ ਦਿੰਦੇ ਹਾਂ। ਜਾਂ ਅਗਰ ਕਿਸੇ ਦਾ ਬੱਚਾ ਗੋਰਾ ਚਿੱਟਾ ਨਸ਼ੋ ਹੈਗਾ, ਫਿਰ ਅਸੀਂ ਕਹਿੰਦੇ ਹਾਂ ਕਿ ਇਹ ਜਿਹੜਾ ਬੱਚਾ ਹੈਗਾ ਇਹ ਮੱਖਣ ਵਰਗਾ ਹੈਗਾ। ਭਾਵ ਕਿ ਨੇਕ ਸੁਭਾਅ ਦਾ, ਗੋਰਾ ਚਿੱਟਾ ਸੁੰਦਰ। ਇਸ ਤਰ੍ਹਾਂ ਇਹ ਜਿਹੜੇ ਪ੍ਰਮਾਣ ਅਸੀਂ ਬਾਹਰੋਂ ਦਿੰਦੇ ਹਾਂ, ਬਾਹਰਮੁਖੀ ਦ੍ਰਿਸ਼ਟੀ ਦੁਆਰਾ ਦਿੰਦੇ ਹਾਂ। ਇਹ ਜਿਹੜੇ ਮਨ ਅਤੇ ਸੰਕਲਪ ਦਾ ਇੱਕ ਪਹਿਲਾ ਰੂਪ ਹੈਗਾ ਜਿਸ ਨੂੰ ਅਸੀਂ ਪ੍ਰਮਾਣ ਆਖ ਦਿੰਦੇ। ਉਦਾਹਰਨ, ਅਸੀਂ ਉਦਾਹਰਨ ਦਿੰਦੇ ਜਾਂ ਤੁਲਨਾ ਦੇ ਦਿੰਦੇ, ਸਮਝਾਉਣ ਦਾ ਇੱਕ ਤਰੀਕਾ ਹੈਗਾ। ਸੋ ਦੂਸਰਾ ਜਿਹੜਾ ਮਨ ਦਾ ਰੂਪ ਹੈਗਾ ਉਹ ਹੈਗਾ ਵਿਪਰਜਾ। ਹੁਣ ਜਿਹੜੀ ਵਿਪਰਜਾ ਚੀਜ਼ ਹੈਗੀ ਆ, ਇਹ ਕੀ ਆ, ਇਹਦਾ ਭਾਵ ਇਹ ਹੁੰਦਾ ਹੈਗਾ ਕਿ ਕਿਸੇ ਵੀ ਚੀਜ਼ ਨੂੰ ਕਹਿਣਾ ਕੁਛ ਹੈਗਾ, ਕਥਨ ਕੋਈ ਚੀਜ਼ ਹੋਰ ਹੋ ਰਹੀ ਆ, ਲੇਕਿਨ ਉਸ ਨੂੰ ਸਮਝਣਾ ਹੋਰ ਹੈ। ਭਾਵ ਕੀ ਹੈ ਕਿ ਉਲਟ ਸਮਝਣਾ ਚੀਜ਼ ਨੂੰ। ਕਹਿਣ ਦਾ ਭਾਵ ਕੁਛ ਹੋਰ ਹੁੰਦਾ ਹੈਗਾ, ਸਮਝਣੀ ਕੋਈ ਚੀਜ਼ ਹੋਰ ਹੈਗੀ ਆ। ਜਿਵੇਂ ਆਪ ਸਾਰੀਆਂ ਸੰਗਤਾਂ ਜਾਣਦੀਆਂ, ਇੱਕ ਪ੍ਰਮਾਣ ਬੜਾ ਇਹਦੇ ਵਿੱਚ ਮਸ਼ਹੂਰ ਆ ਪੁਰਾਤਨ, ਕਿ ਇੱਕ ਵਾਰੀ ਇੱਕ ਜਿਹੜੇ ਬਹੁਤ ਵੱਡੇ ਵਿਦਵਾਨ ਸੀ, ਉਹ ਸੰਗਤ 'ਚ ਕਥਾ ਕਰ ਰਹੇ ਸੀ।
ਕਥਾ ਕਰਦੇ ਕਰਦੇ ਉਹਨਾਂ ਦੇ ਵਿੱਚ ਇੱਕ ਗੰਗੂ ਤੇਲੀ ਜਿਹੜਾ ਉਸ ਜ਼ਮਾਨੇ ਦਾ ਬੜਾ ਮੂਰਖ ਆਦਮੀ ਸੀ, ਉਹ ਵੀ ਉੱਥੇ ਬੈਠਾ ਸੀਗਾ। ਲੇਕਿਨ ਜਿਹੜੇ ਮਹਾਤਮਾ ਕਥਾ ਕਰਦੇ ਸੀਗੇ, ਜਦੋਂ ਉਹਨਾਂ ਨੇ ਕਥਾ ਕੀਤੀ ਤੇ ਉਹਨਾਂ ਨੇ ਕੀ ਕੀਤਾ, ਇੱਕ ਉਂਗਲੀ ਉੱਪਰ ਨੂੰ ਖੜੀ ਕੀਤੀ, ਸੰਗਤ ਨੂੰ ਇਸ਼ਾਰਾ ਦਿੱਤਾ ਕਿ ਪਰਮਾਤਮਾ ਇੱਕ ਹੈਗਾ। ਪਰ ਜਿਹੜਾ ਹੁਣ ਮੂਰਖ ਨਾੜੀ ਬੰਦਾ ਬੈਠਾ ਹੈਗਾ, ਉਹਨੇ ਮਨ 'ਚ ਸਮਝਿਆ ਵੀ ਇਹਨੇ ਇੱਕ ਉਂਗਲੀ ਖੜੀ ਕੀਤੀ ਆ, ਇਹਦਾ ਭਾਵ ਸਿੱਧਾ ਮੇਰੇ ਨਾਲ ਕਿ ਮੈਂ ਤੇਰੀ ਹੈ ਨਾ ਇੱਕ ਅੱਖ ਜਿਹੜੀ ਆ ਉਹ ਕੱਢ ਦਿਆਂਗਾ। ਤੇ ਇਹ ਭਾਵ ਸਮਝ ਕੇ ਉਸਨੇ ਫਿਰ 2 ਉਂਗਲੀਆਂ ਖੜੀਆਂ ਕੀਤੀਆਂ। ਜਦ ਉਸ ਪੰਡਿਤ ਵਿਦਵਾਨ ਵੱਲ 2 ਉਂਗਲੀਆਂ ਖੜੀਆਂ ਕੀਤੀਆਂ ਤੇ ਮਨ ਦੇ ਵਿੱਚ ਉਸ ਨੂੰ ਇਹ ਇਸ਼ਾਰਾ ਦਿੱਤਾ ਕਿ ਜੇ ਤੂੰ ਮੇਰੀ ਇੱਕ ਅੱਖ ਕੱਢੂੰਗਾ ਤਾਂ ਮੈਂ ਤੇਰੀਆਂ ਦੋਨੇ ਅੱਖਾਂ ਕੱਢ ਦਊਂਗਾ। ਲੇਕਿਨ ਉਹ ਜਿਹੜੇ ਪੰਡਿਤ ਸੀ ਉਹ ਆਪਣੀ ਵਿੱਦਿਆ ਦੇ ਹਿਸਾਬ ਨਾਲ ਸੋਚਦੇ ਸੀ ਤੇ ਉਹ ਕਹਿਣ ਲੱਗੇ, ਵਾਹ ਵੀ ਸੰਗਤ ਦੇ ਵਿੱਚ ਵੀ ਕੋਈ ਮਹਾ ਵਿਦਵਾਨ ਬੈਠਾ ਹੈਗਾ। ਮੈਂ ਤਾਂ ਇੱਕ ਦੀ ਗੱਲ ਕੀਤੀ ਕਿ ਰੱਬ ਇੱਕ ਆ, ਪਰ ਇਹਨੇ ਦੱਸ ਦਿੱਤਾ ਕਿ ਇੱਕ ਰੂਪ ਹੁੰਦੇ ਹੋਏ ਵੀ ਰੱਬ ਦੇ 2 ਰੂਪ ਆ, ਨਿਰਗੁਣ ਤੇ ਸਰਗੁਣ ਰੂਪ ਹੋ ਕੇ ਵਿਚਰਦਾ ਹੈਗਾ। ਉਸ ਤੋਂ ਬਾਅਦ ਉਹ ਜਿਹੜੇ ਵਿਦਵਾਨ ਸੀ ਉਹਨਾਂ ਨੇ ਫਿਰ 5 ਉਂਗਲੀਆਂ ਖੜੀਆਂ ਕੀਤੀਆਂ ਕਿ ਰੱਬ ਜਿਹੜਾ ਹੈ ਨਾ ਉਹ 5 ਦੇ ਵਿੱਚ ਪਰਮੇਸ਼ਰ ਹੈਗਾ, 5 ਚੀਜ਼ਾਂ ਨੂੰ ਮਿਲਾ ਕੇ ਪਰਮੇਸ਼ਰ ਬਣਦਾ। ਜਦ ਇੰਨੀ ਗੱਲ ਹੋਈ, ਉਹ ਜਿਹੜਾ ਨਾੜੀ ਆਦਮੀ ਮੂਰਖ ਵਿੱਚ ਬੈਠਾ ਸੀਗਾ, ਉਹਨੇ ਮਨ 'ਤੇ ਸਮਝਿਆ ਵੀ ਇਹ ਹੁਣ ਪੰਡਿਤ ਨੇ ਮੇਰੇ ਵੱਲ ਇਸ਼ਾਰਾ ਕੀਤਾ ਤੇ ਇਹਨੇ ਜਿਹੜਾ 5 ਖੜਾ ਕੀਤਾ, ਇਹਦਾ ਮਤਲਬ ਇਹੋ ਹੀ ਆ ਕਿ ਭਾਈ ਮੈਂ ਤੇਰੇ ਥੱਪੜ ਮਾਰ ਦਊਂਗਾ। ਜਦ ਇੰਨੀ ਗੱਲ ਹੋਈ ਤਾਂ ਉਹਨੇ ਫਿਰ ਕੀ ਕੀਤਾ, ਉਸੇ ਟਾਈਮ ਸੰਗਤ ਦੇ ਵਿੱਚ ਉੱਠ ਕੇ ਹੈ ਨਾ ਆਪਣਾ ਜਿਹੜਾ ਸੀਗਾ ਹੱਥ ਉਹ ਉੱਪਰ ਨੂੰ ਕਰਕੇ ਇੱਕ ਘਸੁੰਨ ਵੱਟ ਕੇ ਉਸ ਵਿਦਵਾਨ ਨੂੰ ਦਿਖਾ ਲਿਆ ਵੀ ਜੇ ਤੂੰ ਮੇਰੇ ਥੱਪੜ ਮਾਰੂੰਗਾ ਮੈਂ ਤੇਰੇ ਇੱਕ ਘਸੁੰਨ ਜੜ ਦੂੰਗਾ। ਜਦ ਇੰਨੀ ਗੱਲ ਹੋਈ ਤਾਂ ਲੇਕਿਨ ਉਹ ਜਿਹੜੇ ਪੰਡਿਤ ਸੀਗੇ ਉਹਨੇ ਸਮਝਿਆ ਵੀ ਦੇਖੋ ਕਿੰਨਾ ਸਿਆਣਾ ਵਿਦਵਾਨ ਬੈਠਾ ਹੈਗਾ, ਮੈਂ ਤਾਂ 5 ਦੀ ਗੱਲ ਕੀਤੀ ਕਿ 5 'ਚ ਪਰਮੇਸ਼ਰ ਆ, ਪਰ ਇਹਨੇ ਜਿਹੜਾ ਸੀ ਉਹ ਹੱਥ ਇਕੱਠਾ ਕਰਕੇ ਇਹ ਦੱਸ ਦਿੱਤਾ ਕਿ 5 ਵਿੱਚ ਵੱਸਦਾ ਹੋਇਆ ਵੀ ਜਿਹੜਾ ਪਰਮੇਸ਼ਰ ਹੈਗਾ ਉਹ ਇੱਕ ਹੈ, ਉਹਦੇ ਵਿੱਚ ਕੋਈ ਬਦਲਾਵ ਨਹੀਂ ਆ। ਉਸ ਤੋਂ ਬਾਅਦ ਉਹ ਜਿਹੜੇ ਪੰਡਿਤ ਸੀਗੇ ਉਸ ਨੂੰ ਆਦੇਸ਼ ਕਰਕੇ ਉਸ ਮੂਰਖ ਨੂੰ ਚਲੇ ਗਏ। ਭਾਵ ਕੀ ਆ, ਇਹੋ ਜਿਹੀ ਜਿਹੜੀ ਸਮਝਣ ਦੀ ਪ੍ਰਕਿਰਿਆ ਹੁੰਦੀ ਆ, ਇਸ ਨੂੰ ਵੀ ਪਰਜਾ ਆਖ ਦਿੰਦੇ ਆ। ਕਹਿਣਾ ਕੁਛ ਲੇਕਿਨ ਉਹ ਤੋਂ ਸਮਝਣਾ ਉਲਟ ਹੈਗਾ। ਤੀਸਰਾ ਜਿਹੜਾ ਹੈਗਾ ਇਸ ਨੂੰ ਕਹਿੰਦੇ ਆ ਨਿੰਦਰਾ। ਇਹ ਜਿਹੜੀ ਨਿੰਦਰਾ ਹੈਗੀ ਆ ਇਹ ਕੀ ਹੁੰਦੀ ਆ, ਇਹ ਜਿਹੜਾ ਹੈਗਾ ਸੰਕਲਪ ਤੇ ਵਿਕਲਪ ਦਾ ਤੀਸਰਾ ਰੂਪ ਹੈ। ਇਸ ਨੂੰ ਆਖਦੇ ਆ ਸੁਸਤੀ, ਆਲਸ ਜਾਂ ਅਵਾਸੀ ਇਤ ਆਦਿਕ। ਇਹ ਜਿਹੜੀਆਂ ਚੀਜ਼ਾਂ ਸਾਡੇ ਅੰਦਰ ਪ੍ਰਗਟ ਹੋ ਜਾਂਦੀਆਂ ਹੈਗੀਆਂ। ਜਿਵੇਂ ਆਪ ਸੰਗਤਾਂ ਜਾਣਦੀਆਂ ਕਿ ਸੰਗਤ ਦੇ ਵਿੱਚ 4 ਤਰ੍ਹਾਂ ਦੇ ਜਿਹੜੇ ਹੈ ਉਹ ਵਿਅਕਤੀ ਆ ਸੰਗਤ ਦੇ ਵਿੱਚ ਆਉਂਦੇ ਆ। ਇੱਕ ਹੁੰਦੇ ਆ ਊਂਗੇ, ਦੂਸਰੇ ਸੂੰਗੇ, ਤੀਸਰੇ ਜਿਹੜੇ ਚੂੰਗੇ, ਚੌਥੇ ਜਿਹੜੇ ਹੁੰਦੇ ਆ ਡੂੰਘੇ ਹੁੰਦੇ ਆ। ਸੋ ਇਹੋ ਜਿਹੇ ਜਿਹੜੇ ਆਦਮੀ ਆ ਇਹ ਨਿਦਰਾ ਦੇ ਵਿੱਚ ਰਹਿੰਦੇ ਹੈਗੇ। ਆਲਸ, ਸੁਸਤੀ ਭਾਵ ਕੀ ਆ ਕਿ ਆਪ ਵੀ ਜਿਹੜਾ ਹੈਗਾ ਉਹ ਸੁਸਤੀ ਦੇ ਵਿੱਚ ਹਮੇਸ਼ਾ ਆਪਣਾ ਜੀਵਨ ਬਤੀਤ ਕਰਨਾ ਹੈਗਾ। ਸਾਰੀ ਉਮਰ ਜਿਹੜੀ ਉਹ ਆਸ ਦੇ ਵਿੱਚ ਲੰਘਾ ਦੇਣੀ ਹੈਗੀ ਆ। ਸਾਵਧਾਨਤਾ ਹੋਣੀ ਨਹੀਂ, ਬਸ ਕੱਲੀ ਤੇ ਕੱਲੀ ਜਿਹੜੀ ਸੁੱਖਾਂ ਦੀ ਕਾਲਕ ਹੁੰਦੀ ਹੈ ਨਾ ਉਸ ਕਾਲਕ ਨੂੰ ਚੱਟਦੇ ਰਹਿਣਾ, ਬਸ ਇਹ ਜਿਹੜੀ ਹੈ ਨਾ ਇਹ ਆਲਸ ਬਿਰਤੀ ਹੈਗੀ ਆ। ਇਹ ਤੀਸਰਾ ਜਿਹੜਾ ਮਨ ਤੇ ਸੰਕਲਪ ਵਿਕਲਪਾਂ ਦਾ ਇਹ ਤੀਸਰਾ ਹਿੱਸਾ ਹੁੰਦਾ ਹੈ। ਹੁਣ ਚੌਥਾ ਜਿਹੜਾ ਹਿੱਸਾ ਹੁੰਦਾ ਉਹ ਹੁੰਦੀ ਹੈ ਸਿਮਰਤੀ। ਹੁਣ ਦੇਖੋ ਸਿਮਰਤੀ ਕੀ ਹੈ ਕਿ ਕਿਸੇ ਚੀਜ਼ ਦਾ ਚੇਤਾ ਆ ਜਾਣਾ। ਹੁਣ ਚੇਤੇ ਦੇ ਵਿੱਚ 3 ਚੀਜ਼ਾਂ ਆ ਜਾਂਦੀਆਂ, ਭੂਤ, ਭਵਿੱਖ, ਵਰਤਮਾਨ। ਹੁਣ ਖਾਸ ਕਰਕੇ ਅਸੀਂ ਦੇਖਦੇ ਹਾਂ ਕਿ ਜਿਹੜੇ ਤਾਂ ਬਜ਼ੁਰਗ ਹੈਗੇ ਆ ਉਹ ਬਜ਼ੁਰਗ ਜਿਹੜੇ ਆ ਉਹ ਭੂਤ ਕਾਲ ਦੇ ਵਿੱਚ ਜਿਉਂਦੇ ਆ, ਕਿਉਂਕਿ ਉਹਨਾਂ ਦੇ ਪਾਸ ਅਗਰ ਆਪਾਂ ਬੈਠਾਂਗੇ ਤਾਂ ਉਹਨਾਂ ਨੇ ਆਪਣੀਆਂ ਪੁਰਾਣੀਆਂ ਗੱਲਾਂ ਜਿਹੜੀਆਂ ਛੇੜਨੀਆਂ ਕਿ ਸਾਡੇ ਸਮੇਂ 'ਚ ਇਸ ਤਰ੍ਹਾਂ ਹੁੰਦਾ ਸੀ, ਇਸ ਤਰ੍ਹਾਂ ਹੁੰਦਾ ਸੀ। ਹੁਣ ਸਮੇਂ ਬੜੇ ਬਦਲ ਗਏ, ਉਹਨਾਂ ਸਮਿਆਂ ਦੇ ਵਿੱਚ ਇਸ ਤਰ੍ਹਾਂ ਸੀ, ਇਸ ਤਰ੍ਹਾਂ ਸੀ। ਕਿਉਂ? ਉਹਨਾਂ ਦੀ ਜਿਹੜੀ ਸੋਚ ਵਾ ਜਾਂ ਜੋ ਸਿਮਰਤੀ ਅੰਦਰ ਯਾਦ ਹੈਗੀ ਆ ਉਹ ਭੂਤ ਦੇ ਨਾਲ ਜੁੜੀ ਹੁੰਦੀ ਜ਼ਿਆਦਾਤਰ। ਲੇਕਿਨ ਦੂਸਰਾ ਜਿਹੜਾ ਹੁੰਦਾ ਭਵਿੱਖ, ਭਵਿੱਖ ਦੇ ਵਿੱਚ ਸਿਮਰਤੀ ਹੁੰਦੀ ਨੌਜਵਾਨਾਂ ਦੀ। ਉਹ ਜਿਹੜੇ ਨੌਜਵਾਨ ਜੰਗ ਬਲੱਡ ਵਾਲੇ ਜਿਹੜੇ ਆ ਉਹ ਨੌਜਵਾਨ ਹੁੰਦੇ ਆ, ਉਹਨਾਂ ਦੇ ਮਨ ਦੇ ਵਿੱਚ ਹੁੰਦਾ ਕਿ ਭਾਈ ਮੇਰਾ ਜਿਹੜਾ ਆਉਣ ਵਾਲਾ ਸਮਾਂ ਹੈ ਨਾ ਬੜਾ ਉਜਲਾ ਹੋਵੇ। ਇਸ ਕਰਕੇ ਉਹ ਹਮੇਸ਼ਾ ਭਵਿੱਖ ਦੀਆਂ ਗੱਲਾਂ ਕਰਨਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਸ ਤਰ੍ਹਾਂ ਕਰੂੰਗਾ, ਇਸ ਤਰ੍ਹਾਂ ਤਰੱਕੀ ਕਰੂੰਗਾ, ਜਾਂ ਆਹ ਮੁਕਾਮ ਹਾਸਲ ਕਰੂੰਗਾ, ਆਹ TC ਹਾਸਲ ਕਰੂੰਗਾ, ਇਤਆਦਿ। ਉਹ ਜਿਹੜੇ ਹੈ ਇਹਨਾਂ ਵਿਚਾਰਾਂ ਦੇ ਧਾਰਨੇ ਹੁੰਦੇ ਆ। ਇਸ ਕਰਕੇ ਇਹ ਜਿਹੜੇ ਨੌਜਵਾਨ ਹਨ ਭਵਿੱਖ 'ਚ ਜੀਂਦੇ ਆ। ਸੋ ਉਸ ਤੋਂ ਬਾਅਦ ਜਿਹੜਾ ਵਰਤਮਾਨ ਸਮਾਂ ਹੈਗਾ, ਇਹ ਵਰਤਮਾਨ ਸਮੇਂ ਦੇ ਵਿੱਚ ਕੇਵਲ ਤੇ ਕੇਵਲ ਸਾਧੂ ਮਹਾਤਮਾ ਸੰਤ ਇਹ ਜਿਹੜੇ ਆ ਇਹ ਵਰਤਮਾਨ ਸਮੇਂ ਦੇ ਵਿੱਚ ਜੀਂਦੇ ਆ, ਕਿਉਂਕਿ ਨਾ ਤਾਂ ਇਹਨਾਂ ਦੇ ਅੰਦਰ ਭੂਤ ਦੀ ਕੋਈ ਗੱਲ ਚੱਲਦੀ ਹੈ, ਨਾ ਭਵਿੱਖ ਹੁੰਦਾ, ਕੇਵਲ ਤੇ ਕੇਵਲ ਵਰਤਮਾਨ ਹੁੰਦਾ। ਸੋ ਵਰਤਮਾਨ ਕੀ ਆ? ਵਰਤਮਾਨ ਹੁੰਦਾ ਹੈਗਾ ਚੇਤਾ ਸਿਮਰਤੀ। ਉਹ ਕੀ ਹੈ? ਉਹ ਪਰਮੇਸ਼ਰ ਦੀ ਯਾਦ ਵੀ ਜਿਹੜੀ ਹੈਗੀ ਆ ਉਹ ਹਮੇਸ਼ਾ ਰਹਿੰਦੀ ਆ। ਦੇਖੋ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਗੁਰੂ ਘਰ ਆਉਂਦੇ ਹਾਂ, ਗੁਰੂ ਘਰ ਦੇ ਵਿੱਚ ਆ ਕੇ ਅਸੀਂ ਇੱਕ ਚੀਜ਼ ਜਾਣੀ ਦੇਖਦੇ ਹਾਂ ਕਿ ਇੱਥੇ ਹਰੇਕ ਚੀਜ਼ ਜਾਣੀ ਨਵੀਂ ਨਵੇਲੀ ਹੈਗੀ ਆ। ਜਿਵੇਂ ਗੁਰਬਾਣੀ ਦਾ ਫਰਮਾਨ ਹੈ ਵੀ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਤਾਰ। ਪਰ ਅਗਰ ਆਪਾਂ
ਕਿਤੇ ਸੰਸਾਰੀ ਵਸਤੂ ਲੈਣ ਜਾਈਏ, ਸੰਸਾਰੀ ਜਦੋਂ ਅਸੀਂ ਵਸਤੂ ਲੈਂਦੇ ਹਾਂ, ਸੰਸਾਰੀ ਵਸਤੂ ਦੇ ਵਿੱਚ ਆਪਾਂ 3 ਚੀਜ਼ਾਂ ਨੋਟ ਕਰਦੇ ਹਾਂ। ਸਭ ਤੋਂ ਪਹਿਲਾਂ ਕੀ ਕਰਦੇ ਹਾਂ ਕਿ ਅਸੀਂ ਉਸ ਵਸਤੂ ਦਾ ਨਾ ਵੇਟ ਦੇਖਦੇ ਹਾਂ ਕਿ ਉਹਦਾ ਵੇਟ ਕਿੰਨਾ ਹੈਗਾ, ਕਿੰਨੀ ਚੀਜ਼ ਅਸੀਂ ਲੈਣੀ ਹੈਗੀ ਆ। ਫਿਰ ਉਸ ਤੋਂ ਬਾਅਦ ਫਿਰ ਵੇਟ ਤੋਂ ਬਾਅਦ ਦੂਸਰੀ ਚੀਜ਼ ਹੁੰਦੀ, ਅਸੀਂ ਉਹਦਾ ਰੇਟ ਦੇਖਦੇ ਹਾਂ ਕਿ ਇਹਦੀ ਕੀਮਤ ਕਿੰਨੀ ਹੈਗੀ ਆ। ਅਤੇ ਜਦੋਂ ਵੇਟ ਵੀ ਸਹੀ ਹੋਵੇ ਫਿਰ ਸਾਨੂੰ ਰੇਟ ਵੀ ਪਸੰਦ ਆ ਜਾਵੇ। ਪਰ ਉਸ ਤੋਂ ਬਾਅਦ ਫਿਰ ਅਸੀਂ ਇਹ ਚੀਜ਼ ਡੇਟ ਦੇਖਦੇ ਹਾਂ ਕਿ ਇਹਦੀ ਜਿਹੜੀ ਡੇਟ ਹੈ ਕਿਤੇ ਨਿਕਲ ਤਾਂ ਨਹੀਂ ਗਈ, ਕਿਤੇ ਇਹ ਚੀਜ਼ ਜਿਹੜੀ ਹੈ ਪੁਰਾਣੀ ਤਾਂ ਨਹੀਂ ਹੋ ਗਈ। ਇਹ 3 ਚੀਜ਼ਾਂ ਨੂੰ ਅਸੀਂ ਧਿਆਨ ਦੇ ਵਿੱਚ ਦੇਖਦੇ ਹਾਂ ਅਤੇ ਫਿਰ ਉਹ ਵਸਤੂ ਅਸੀਂ ਦੁਕਾਨ ਤੋਂ ਲੈਂਦੇ ਹਾਂ। ਪਰ ਇੱਥੇ ਜਿਹੜੀ ਸਿਮਰਤੀ ਹੈਗੀ ਆ ਮਹਾਂਪੁਰਖਾਂ ਦੀ ਖਾਸ ਕਰਕੇ, ਉਹ ਕੀ ਹੈ, ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਹੱਟ 'ਚ ਆਉਂਦੇ। ਅਤੇ ਇੱਥੇ ਹੱਟ ਹੈਗਾ ਗੁਰ ਸ਼ਬਦ ਦਾ, ਲੰਗਰ ਚੱਲੇ ਗੁਰ ਸ਼ਬਦ, ਹਰ ਟੋਟ ਨਾ ਵੀ ਖੱਟੀ ਹੈ। ਹੁਣ ਇਹ ਜਿਹੜਾ ਸ਼ਬਦ ਦਾ ਲੰਗਰ ਚੱਲਦਾ ਹੈਗਾ, ਇਸ ਲੰਗਰ ਦੇ ਵਿੱਚ ਜਦੋਂ ਅਸੀਂ ਇਹ ਨਾਮ ਰੂਪੀ ਵਸਤੂ ਲੈਣ ਆਉਂਦੇ ਹਾਂ ਤਾਂ ਨਾ ਫਿਰ ਜਿਹੜੀ ਨਾਮ ਰੂਪ ਵਸਤੂ ਹੈਗੀ ਆ ਇਹਦਾ ਕੋਈ ਵੇਟ ਹੈਗਾ, ਕੋਈ ਭਾਰ ਹੈ, ਇਹ ਅਤੁੱਲ ਚੀਜ਼ ਹੈਗੀ ਆ। ਦੂਸਰਾ ਕੀ ਹੈ ਕਿ ਇਹਦਾ ਰੇਟ ਵੀ ਕੋਈ ਨਹੀਂ, ਕਿਉਂਕਿ ਇਹ ਅਮੁੱਲ ਹੈ। ਅਮੁੱਲ ਗੁਣ ਅਮੁੱਲ ਵਪਾਰ, ਇਹ ਚੀਜ਼ ਅਮੁੱਲ ਹੈ। ਅਤੇ ਤੀਸਰਾ ਕੀ ਹੈ, ਤੀਸਰਾ ਇਹ ਚੀਜ਼ ਹੈ ਕਿ ਇਹਦੀ ਡੇਟ ਵੀ ਕੋਈ ਨਹੀਂ, ਕਿਉਂਕਿ ਨਾਮ ਜਿਹੜਾ ਹੈ ਨਾ ਕਦੀ ਪੁਰਾਣਾ ਨਹੀਂ ਹੁੰਦਾ। ਹੁਣ ਗੁਰਬਾਣੀ ਅਸੀਂ ਰੋਜ਼ ਪੜ੍ਹਦੇ ਹਾਂ, ਜੇਕਰ ਰੋਜ਼ ਜਪਜੀ ਸਾਹਿਬ ਕਰਦੇ ਹਾਂ ਕਿ ਹਰੇਕ ਵਾਰੀ ਜਪਜੀ ਸਾਹਿਬ ਪੁਰਾਣੀ ਹੋ ਜਾਂਦੀ? ਨਹੀਂ, ਇਹ ਨਿਤ ਨਵੀਂ ਹੈਗੀ ਆ। ਇਸ ਕਰਕੇ ਇਹ ਜਿਹੜੀ ਸਿਮਰਤੀ ਆ ਇਹ ਵਰਤਮਾਨ ਵਿੱਚ ਜਿਉਣਾ ਕਹਾਉਂਦੀ ਹੈ। ਲੇਕਿਨ ਇਹ ਚੀਜ਼ ਜਿਹੜੀ ਆ ਇਹ ਖਾਸ ਕਰਕੇ ਸਾਧੂ ਮਹਾਤਮਾ ਦੇ ਭਾਗਾਂ ਦੇ ਵਿੱਚ ਹੁੰਦੀ ਆ। ਹੋਰ ਉਸ ਤੋਂ ਬਾਅਦ ਜਿਹੜੀ 5ਵੀਂ ਚੀਜ਼ ਉਹ ਹੁੰਦਾ ਹੈ ਵਿਕਲਪ। ਦੇਖੋ ਜਿਹੜੀ ਵਿਕਲਪ ਚੀਜ਼ ਹੁੰਦੀ ਉਹ ਕੀ ਹੁੰਦੀ ਆ ਕਿ ਪਹੁੰਚ ਤੋਂ ਪਰੇ ਹੋ ਕੇ ਸੋਚਣਾ। ਹੁਣ ਦੇਖੋ ਸਾਡੀ ਜਿਹੜੀ ਕੋਈ ਚੀਜ਼ ਹਸਤੀ ਹੈਗੀ ਆ ਉਹ ਕੀ ਹੈ, ਬੜੀ ਸੀਮਿਤ ਹੈਗੀ ਆ। ਲੇਕਿਨ ਅਸੀਂ ਉਹਦਾ ਜਿਹੜਾ ਭਾਵ ਹੈਗਾ ਜਾਂ ਉਸ ਚੀਜ਼ ਨੂੰ ਬੜਾ ਵਧਾ ਘਟਾ ਕੇ ਅੱਗੇ ਸੋਚਣ ਲੱਗ ਪੈਂਦੇ ਹਾਂ। ਜਿਵੇਂ ਇੱਕ ਹੈ ਨਾ ਬੱਚਿਆਂ ਦੇ ਵਿੱਚ ਪ੍ਰਾਇਮਰੀ ਸਕੂਲਾਂ ਦੇ ਵਿੱਚ ਇੱਕ ਜਿਹੜੀ ਹੈ ਨਾ ਲੱਡੂ ਰਾਮ ਦੀ ਕਹਾਣੀ ਬੜੀ ਮਸ਼ਹੂਰ ਹੁੰਦੀ ਆ। ਉਹਦੇ ਵਿੱਚ ਉਹ ਕੀ ਕਰਦਾ ਕਿ ਜਿਹੜੇ ਹਨ ਇੱਕ ਆਂਡਿਆਂ ਦੀ ਟਰੇ ਲੈ ਕੇ ਜਦ ਆਂਡੇ ਜਿਹੜਾ ਵੇਚਣ ਸ਼ਹਿਰ ਦੇ ਵਿੱਚ ਜਾਂਦਾ ਟੋਕਰੀ ਉੱਤੇ ਰੱਖ ਕੇ, ਅਤੇ ਮਨ ਦੇ ਵਿੱਚ ਫਿਰ ਉਹਦੇ ਜਿਹੜੇ ਹਨ ਵਿਕਲਪ ਹੈਗੇ ਸ਼ੁਰੂ ਹੋ ਜਾਂਦੇ ਆ ਕਿ ਇਹ ਜਦੋਂ ਆਂਡੇ ਮੈਂ ਵੇਚੂੰਗਾ, ਇਹ ਆਂਡੇ ਵੇਚ ਕੇ ਕੁਛ ਪੈਸੇ ਲਊਂਗਾ, ਹੋਰ ਆਂਡੇ ਖਰੀਦੂੰਗਾ, ਫਿਰ ਉਸ ਦੇ ਵਿੱਚੋਂ ਫਿਰ ਹੋਰ ਚੂੰਚੇ ਆਉਣਗੇ, ਫਿਰ ਮੁਰਗੀਆਂ ਬਣ ਜਾਣਗੀਆਂ। ਫਿਰ ਇਸ ਤਰ੍ਹਾਂ ਕਰਦੇ ਕਰਦੇ ਬਹੁਤ ਵੱਡਾ ਪੋਲਟਰੀ ਫਾਰਮ ਬਣਾ ਲੂੰਗਾ। ਪੋਲਟਰੀ ਫਾਰਮ ਬਣਾ ਕੇ ਉਸ ਤੋਂ ਬਾਅਦ ਫਿਰ ਮੈਂ ਲੱਖਾਂ ਕਰੋੜਾਂਪਤੀ ਬਣ ਜਾਊਂਗਾ। ਇਸ ਤਰ੍ਹਾਂ ਕਰਦੇ ਕਰਦੇ ਅਖੀਰ ਫਿਰ ਜਦੋਂ ਉਹ ਕਹਿੰਦਾ ਹੈਗਾ ਕਿ ਜਦੋਂ ਫਿਰ ਮੇਰਾ ਵਿਆਹ ਹੋ ਜਾਊਗਾ, ਪੈਸੇ ਹੋ ਜਾਣਗੇ, ਬੱਚੇ ਹੋ ਜਾਣਗੇ, ਪਰ ਅਖੀਰ ਜਦੋਂ ਮੇਰੀ ਘਰਵਾਲੀ ਜਿਹੜੀ ਰੋਟੀ ਲੈ ਕੇ ਆਊਗੀ ਤਾਂ ਮੈਂ ਆਪਣਾ ਰੋਹਬ ਜਮਾਉਣ ਲਈ ਰੋਟੀ ਦੀ ਥਾਲੀ 'ਚ ਲੱਤ ਮਾਰੂੰਗਾ। ਅਤੇ ਜਦੋਂ ਕਹਿੰਦੇ ਮੈਂ ਲੱਤ ਮਾਰੂੰਗਾ ਤਾਂ ਮੇਰਾ ਰੋਹਬ ਬਣਿਆ ਰਹੂਗਾ। ਜਦ ਇਸੇ ਹੀ ਵਿਕਲਪ ਦੇ ਵਿੱਚ ਤੁਰਿਆ ਜਾਂਦਾ ਹੈ ਅਤੇ ਉਹਨੇ ਫਿਰ ਸੱਚੀ ਲੱਤ ਜਿਹੜੀ ਸੀ ਉਹ ਜਦ ਕਿਤੇ ਆਪਣੀ ਮਾਰੀ ਅਤੇ ਉਹ ਲੱਤ ਲੱਗਣ ਦੇ ਨਾਲ ਜਦ ਉਹਦਾ ਜਿਹੜਾ ਪੈਰ ਸੀ ਬੱਟੇ 'ਚ ਵੱਜਾ ਅਤੇ ਆਪ ਉਹ ਥੱਲੇ ਡਿੱਗਿਆ ਅਤੇ ਨਾਲ ਜਿਹੜੇ ਆਂਡੇ ਟੁੱਟ ਗਏ। ਭਾਵ ਕੀ ਆ ਕਿ ਚੀਜ਼ ਬੜੀ ਸੀਮਤ ਹੈਗੀ ਆ, ਲੇਕਿਨ ਅਸੀਂ ਜੋ ਸੋਚਦੇ ਹਾਂ ਉਹ ਰਾਈ ਦਾ ਪਹਾੜ ਬਣਾ ਲੈਂਦੇ ਹਾਂ। ਇਹ ਜਿਹੜੀ ਚੀਜ਼ ਹੈਗੀ ਇਹ ਸੋਚ ਨੂੰ ਵਿਕਲਪ ਆਖਦੇ ਆ। ਸੋ ਕਹਿਣ ਤੋਂ ਭਾਵ ਇਹ ਕਿ ਮਨ 'ਤੇ ਜਿਹੜੇ ਸੰਕਲਪ ਅਤੇ ਵਿਕਲਪ ਹਨ ਮਹਾਂਪੁਰਖਾਂ ਨੇ 5 ਪ੍ਰਕਾਰ ਦੇ ਕੀਤੇ ਹੈਗੇ ਆ। ਇਸ ਕਰਕੇ ਇਹ ਜਿਹੜੇ 5 ਪ੍ਰਕਾਰ ਦੇ ਸੰਕਲਪ ਵਿਕਲਪ ਹੈ ਇਹਨਾਂ ਤੋਂ ਉਪਰਾਮ ਹੋਣ ਵਾਸਤੇ, ਇਹਨਾਂ ਨੂੰ ਫਤਿਹ ਕਰਨ ਵਾਸਤੇ ਫਿਰ ਸਾਨੂੰ ਜਿਹੜਾ ਹੈ ਨਾ ਉਹ ਨਾਮ ਦਾ ਸਹਾਰਾ ਲੈਣਾ ਪੈਂਦਾ ਹੈਗਾ। ਅਤੇ ਜਦੋਂ ਅਸੀਂ ਨਾਮ ਦਾ ਸਹਾਰਾ ਲਵਾਂਗੇ ਫਿਰ ਨਾਮ ਦੇ ਸਹਾਰੇ ਦੇ ਨਾਲ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਸਰ ਹੋ ਜਾਂਦੀਆਂ। ਫਿਰ ਸਾਡੇ ਮਨ ਦਾ ਜਾਣੀ ਟਿਕਾਓ ਬਣ ਜਾਂਦਾ। ਮਨ ਫਿਰ ਇਹਨਾਂ ਚੀਜ਼ਾਂ ਤੋਂ ਨਾ ਫਿਰ ਉੱਪਰ ਉੱਠਣ ਲੱਗ ਪੈਂਦਾ, ਉਪਰਾਮ ਹੋਣ ਲੱਗ ਪੈਂਦਾ। ਫਿਰ ਕਿਸੇ ਐਸੇ ਅਕਹਿ ਰਸ, ਅਕਹਿ ਖੁਸ਼ੀ, ਅਕਹਿ ਆਨੰਦ ਦੀ ਤਲਾਸ਼ ਦੇ ਵਿੱਚ ਜਦ ਨਿਕਲਦਾ ਨਾ ਤਾਂ ਫਿਰ ਮਨ ਸਮਾਂ ਪਾ ਕੇ ਜਦ ਇਹ ਮਾਇਆ ਦੇ 3 ਰੂਪ ਰਜੋ ਤਮੋ ਸਤੋ ਇਸ ਨੂੰ ਜਿੱਤ ਕੇ ਸਰ ਕਰਕੇ ਚੌਥੇ ਪਦ ਦੇ ਵਿੱਚ ਜਾਂਦਾ ਹੈਗਾ ਤਾਂ ਫਿਰ ਸਮਝ ਲਓ ਮਨ ਜਿਹੜਾ ਹੈ ਨਾ ਉਹ ਸਦਾ ਵਾਸਤੇ ਆਪਣਾ ਦੂਸਰਾ ਰੂਪ ਜਿਹਨੂੰ ਅਸੀਂ ਚਿੱਤ ਆਖਦੇ ਹਾਂ, ਜਿਹੜਾ ਮਨ ਦਾ ਸ਼ੁੱਧ ਰੂਪ ਆ, ਉਸ ਦੇ ਵਿੱਚ ਪਹੁੰਚ ਜਾਂਦਾ ਹੈਗਾ। ਅਤੇ ਫਿਰ ਉਹਦੇ ਚਿੱਤ ਦੇ ਵਿੱਚ ਕੇਵਲ ਇੱਕੋ ਚੇਤਾ ਰਹਿ ਜਾਂਦਾ, ਉਹ ਹੁੰਦਾ ਹੈ ਪਰਮੇਸ਼ਰ ਦਾ। ਅਤੇ ਜਿੱਥੇ ਵਾਹਿਗੁਰੂ ਆ ਜਾਂਦਾ ਉੱਥੇ ਸਾਰਾ ਕੁਛ ਫਿਰ ਉਹਦੇ ਅੰਦਰ ਆਪਣੇ ਆਪ ਸਮਾ ਜਾਂਦਾ ਹੈਗਾ। ਸੋ ਇਹ ਹੈ ਮਨ ਦੇ ਜਿਹੜੇ ਸੰਕਲਪ ਅਤੇ ਵਿਕਲਪ ਹੈ ਉਹਨਾਂ ਦਾ ਰੂਪ। ਔਰ ਇਹਨਾਂ ਸੰਕਲਪਾਂ ਅਤੇ ਵਿਕਲਪਾਂ ਨੂੰ ਕੇਵਲ ਅਤੇ ਕੇਵਲ ਸਾਧ ਸੰਗਤ ਔਰ ਦੂਸਰਾ ਨਾਮ ਭਜਨ ਸਿਮਰਨ ਦੀ ਕਮਾਈ, ਇਸ ਤਰੀਕੇ ਦੇ ਨਾਲ ਅਸੀਂ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਸਕਦੇ ਹਾਂ। ਉਸ ਤੋਂ ਬਾਅਦ ਜਦੋਂ ਅਸੀਂ ਉੱਪਰ ਉੱਠਾਂਗੇ ਅਤੇ ਮਨ ਦੇ ਸੰਕਲਪਾਂ ਵਿਕਲਪਾਂ ਦਾ ਤਿਆਗ ਆਪਣੇ ਆਪ ਹੁੰਦਾ ਜਾਊਗਾ। ਜਿਉਂ ਕਹਿ ਲਓ ਕਿ ਜਿਉਂ ਅਸੀਂ ਪਹਾੜ ਉੱਤੇ ਚੜ੍ਹਦੇ ਹਾਂ ਅਤੇ ਪਹਾੜ 'ਤੇ ਚੜ੍ਹਦੇ ਚੜ੍ਹਦੇ ਜਿਹੜੀ ਥੱਲੀ
ਹਵਾ ਹੈਗੀ ਆ, ਜੋ ਪ੍ਰਦੂਸ਼ਣ ਹੈਗਾ ਉਹ ਜਿਹੜਾ ਹੈਗਾ ਉਹ ਹੌਲੀ ਹੌਲੀ ਜਿਉਂ ਉੱਪਰ ਜਾਂਦੇ ਆ ਉਹ ਸਾਫ਼ ਹੋਣਾ ਸ਼ੁਰੂ ਹੋ ਜਾਂਦਾ। ਤਾਂ ਬਿਲਕੁਲ ਪਹਾੜ ਦੀ ਟੀਸੀ ਦੇ ਉੱਤੇ ਫਿਰ ਜਿਹੜਾ ਹੈਗਾ ਉਹ ਇਨਸਾਨ ਜਿਹੜਾ ਪਹੁੰਚਦਾ ਹੈਗਾ ਉਹ ਇੱਕ ਸੁੰਦਰ ਹਵਾ, ਬਿਲਕੁਲ ਨਿਵੇਕਲੀ ਹਵਾ ਦਾ ਅਨੁਭਵ ਕਰਦਾ ਹੈ। ਅਤੇ ਉੱਥੇ ਬੈਠ ਕੇ ਬਾਕੀ ਸਾਰੇ ਸੰਸਾਰ ਦੇ ਉੱਤੇ ਜਦ ਨਜ਼ਰ ਮਾਰਦਾ, ਸਾਰਾ ਸੰਸਾਰ ਉਹਨੂੰ ਬਿਲਕੁਲ ਛੋਟਾ ਨਜ਼ਰ ਆਉਂਦਾ। ਇਸ ਤਰ੍ਹਾਂ ਜਦੋਂ ਅਸੀਂ ਨਾਮ ਭਜਨ ਸਿਮਰਨ ਦੀ ਉੱਚੀ ਟੀਸੀ 'ਤੇ ਪਹੁੰਚ ਜਾਂਦੇ ਹਾਂ, ਫਿਰ ਸਾਨੂੰ ਇਹ ਜਿਹੜੇ ਮਨ ਦੇ ਸੰਕਲਪ ਅਤੇ ਵਿਕਲਪ 5 ਪ੍ਰਕਾਰ ਦੇ ਹੁੰਦੇ ਨੇ, ਬੜੇ ਛੋਟੇ ਨਜ਼ਰ ਆਉਂਦੇ ਆ। ਜਾਂ ਕਹਿ ਲਓ ਕਿ ਇੱਕ ਛੋਟੀ ਜਿਹੀ ਯਾਦ ਜਿਹੜੀ ਹੈ ਉਹ ਸਾਡੇ ਮਨ ਦੇ ਵਿੱਚ ਰਹਿ ਜਾਂਦੀ ਹੈ। ਬਸ ਇਸ ਤੋਂ ਪਰੇ ਕੁਛ ਨਹੀਂ ਹੁੰਦਾ, ਕਿਉਂਕਿ ਇਹਨਾਂ ਚੀਜ਼ਾਂ ਦਾ ਪ੍ਰਭਾਵ ਜਿਹੜਾ ਨਾ ਉੱਕਾ ਹੀ ਮਨ ਦੇ ਵਿੱਚੋਂ ਨਿਕਲ ਜਾਂਦਾ ਹੈਗਾ। ਅਤੇ ਫਿਰ ਇਹ ਜਿਹੜੀ ਸੁਖਮਨੀ ਸਾਹਿਬ ਦੀ ਪੰਕਤੀ ਹੈ ਫਿਰ ਸਾਡੇ ਮਨ ਦੇ ਉੱਤੇ ਇਹ ਪੂਰਾ ਆਪਣਾ ਪ੍ਰਭਾਵ ਰੱਖਦੀ ਹੈ ਕਿ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਜੀਤ। ਅਤੇ ਫਿਰ ਉਸਤਤੀ ਦੇ ਨਾਲ ਮਨ ਜਿਹੜਾ ਨਾ ਸੰਕਲਪਾਂ ਅਤੇ ਵਿਕਲਪਾਂ ਨੂੰ ਤਿਆਗ ਕੇ ਕੇਵਲ ਸੱਤ ਚਿੱਤ ਆਨੰਦ ਦੇ ਵਿੱਚ ਚਲਾ ਜਾਂਦਾ ਹੈ। ਅਤੇ ਉੱਥੇ ਜਾ ਕੇ ਫਿਰ ਪਰਮੇਸ਼ਰ ਦੇ ਜੋ ਅਸਲੀ ਸਰੂਪ ਹੈਗਾ ਉਸ ਨੂੰ ਹੀ ਮਾਣਦਾ ਹੈਗਾ। ਸੋ ਦਾਸ ਇੰਨੇ ਹੀ ਵਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕ ਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੁਸਤੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।